ਇਮੀਗ੍ਰੇਸ਼ਨ ਗੁਰੂ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਇੱਕ ਵਾਰ ਫਿਰ ਤੁਹਾਡੇ ਲਈ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹਾਂ ਤੇ ਮੇਰੇ ਨਾਲ ਸਟੂਡੀਓ ਵਿੱਚ ਅੱਜ ਹਾਜ਼ਰ ਨੇ ਆਈਸੀਸੀ ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ, ਜਿਹੜੀ ਕਿ ਤੁਹਾਡੇ ਨਾਲ ਸਾਂਝੇ ਕਰਨਗੇ ਇਮੀਗ੍ਰੇਸ਼ਨ ਦੇ ਵਿੱਚ ਕੀ ਨਵਾਂ ਚੱਲ ਰਿਹਾ, ਕੀ ਅਪਡੇਟਸ ਨੇ, ਕੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ। ਸੋ ਇਹ ਸਾਰੀ ਜਾਣਕਾਰੀ ਉਹਨਾਂ ਤੋਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਲਵਾਂਗੇ। ਸਭ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਉਹਨਾਂ ਦਾ ਕਰਦੇ ਹਾਂ ਸਵਾਗਤ। ਮਨੂ ਜੀ, ਤੁਹਾਡਾ ਸਟੂਡੀਓ 'ਚ ਸਵਾਗਤ ਹੈ ਜੀ। ਥੈਂਕ ਯੂ ਵੈਰੀ ਮਚ ਸਿਮਰਤ ਸਾਹਿਬ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮਡੀ ਮਨੂ ਦੱਤਾ ਐਂਡ ਆਰਡੀ ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ ਏਅਰ। ਸਿਮਰਤ ਜੀ, ਯੂ ਆਰ ਵੈਲਕਮ ਜੀ। ਅੱਛਾ ਮਨੂ ਜੀ, ਆਪਾਂ ਇੱਥੇ ਸ਼ੁਰੂ ਕਰਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਇੱਕ ਨਿਊਜ਼ ਆਈ ਹੈ ਵੀ ਜਿਹੜਾ ਇਮੀਗ੍ਰੇਸ਼ਨ ਦਾ ਬੈਕਲੌਗ ਹੈ ਉਹ ਕਾਫੀ ਵੱਧ ਗਿਆ। ਤਕਰੀਬਨ 1.8 ਮਿਲੀਅਨ ਕਹਿੰਦੇ ਐਪਲੀਕੇਸ਼ਨ ਉੱਤੇ ਪੈਂਡਿੰਗ ਪਈਆਂ ਨੇ ਤੇ ਦੂਸਰੇ ਪਾਸੇ ਵਰਕਰਸ ਦੀ ਸ਼ਾਰਟੇਜ ਲਗਾਤਾਰ ਵੱਧ ਰਹੀ ਹੈ। ਪਹਿਲਾਂ ਤਾਂ ਇਹਦੇ ਤੇ ਅਪਡੇਟ ਦਿਓ ਵੀ ਕੀ ਇਹ ਸਾਰਾ ਕੁਝ ਹੋ ਰਿਹਾ। ਦੇਰ ਇਜ਼ ਨੋ ਡਾਊਟ ਸਿਮਰਤ ਜੀ, ਇਸ ਟਾਈਮ ਤੇ ਜਿਹੜਾ ਅਕਤੂਬਰ ਦੀ ਨਿਊਜ਼ ਹੈਗੀ ਹੈ ਜੀ, ਹਾਂਜੀ, ਜੁਲਾਈ ਦੇ ਵਿੱਚ 1.5 ਮਿਲੀਅਨ ਦਾ ਬੈਕਲੌਗ ਸੀਗਾ। ਅਕਤੂਬਰ ਦੇ ਵਿੱਚ ਨਜ਼ਰ ਆਇਆ ਕਿ ਬੈਕਲੌਗ ਵੱਧ ਕੇ 1.8 ਮਿਲੀਅਨ ਦਾ ਹੋ ਗਿਆ। ਹੁਣ ਬਾਏ ਦਾ ਐਂਡ ਆਫ ਡਿਸੰਬਰ ਜਾਂ ਜਨਵਰੀ ਦੇ ਵਿੱਚ ਜਦੋਂ ਦੇਖਾਂਗੇ ਤੇ ਆ ਬੈਕਲੌਗ ਵੁੱਡ ਬੀ ਓਵਰ 2 ਮਿਲੀਅਨ ਐਪਲੀਕੇਸ਼ਨ। ਬਿਲਕੁਲ, ਹਾਂਜੀ। ਐਂਡ ਇੱਕ ਹੋਰ ਚੀਜ਼ ਹੈਗੀ ਕਿ ਜਿਹੜਾ ਨਵਾਂ ਵੇਰੀਐਂਟ ਆ ਰਿਹਾ ਹੈਗਾ ਉਹਦੇ ਕਰਕੇ ਵੀ ਕਾਫੀ ਸਾਰੀਆਂ ਅਨਸਰਟਨਟੀ ਬਣੀ ਹੋਈ ਹੈ। ਇਹ ਨਹੀਂ ਪਤਾ ਕਿ ਕਿਸ ਤਰ੍ਹਾਂ ਗਵਰਨਮੈਂਟ ਇਹਨੂੰ ਰਿਐਕਟ ਕਰੇਗੀ, ਬਿਕੋਜ਼ ਕੇਸਿਸ ਵਧਣੇ ਸ਼ੁਰੂ ਹੋ ਗਏ ਨੇ। ਈਵਨ ਕੈਨੇਡਾ ਦੇ ਵਿੱਚ ਅਸੀਂ ਓਨਟਾਰੀਓ ਦੀ ਵੀ ਗੱਲ ਕਰੀਏ ਤਾਂ ਕੇਸਿਸ ਵਧਣੇ ਸ਼ੁਰੂ ਹੋ ਗਏ ਨੇ। ਸੋ ਅਨਸਰਟਨਟੀ ਦੇ ਨਾਲ ਹੋਏਗਾ ਕੀ ਜੀ ਕਿ ਕੇਸਿਸ ਵਧਣ ਦੇ ਨਾਲ ਹੋ ਸਕਦਾ ਰਿਸਟ੍ਰਿਕਸ਼ਨਸ ਦੁਬਾਰਾ ਸ਼ੁਰੂ ਹੋ ਜਾਣ। ਜੇ ਰਿਸਟ੍ਰਿਕਸ਼ਨ ਸ਼ੁਰੂ ਹੋ ਜਾਂਦੀਆਂ ਬੈਕਲੌਗ ਹੋਰ ਵੱਧ ਜਾਏਗਾ। ਸੋ ਐਬਸੋਲੂਟਲੀ ਰਾਈਟ ਜੀ, 1.8 ਮਿਲੀਅਨ ਦਾ ਬੈਕਲੌਗ ਅੱਜ ਹੈਗਾ, ਇਹ ਸਾਨੂੰ ਕਾਫੀ ਦੇਰ ਤੱਕ ਤੰਗ ਕਰਨ ਵਾਲਾ ਹੈਗਾ। ਐਂਡ ਇਹਦੇ 'ਚ ਇੱਕ ਕੈਟੇਗਰੀ ਨਹੀਂ, ਹਰ ਇੱਕ ਕੈਟੇਗਰੀ ਹੈਗੀ ਹੈ। ਤਕਰੀਬਨ 7.5 ਲੱਖ ਤਾਂ ਜਿਹੜਾ ਬੈਕਲੌਗ ਹੈਗਾ ਉਹ ਤਾਂ ਟੈਂਪਰੇਰੀ ਐਪਲੀਕੇਸ਼ਨਸ ਦੇ ਵਿੱਚ ਹੈਗਾ, ਜਿਹਦੇ ਵਿੱਚ ਸਟੱਡੀ ਪਰਮਿਟ ਹੋ ਗਏ, ਵਿਜ਼ਿਟ ਵੀਜ਼ਾਸ ਹੋ ਗਏ, ਵਿਜ਼ਿਟ ਵੀਜ਼ਾ ਐਕਸਟੈਂਸ਼ਨ ਹੋ ਗਏ, ਵਰਕ ਪਰਮਿਟ ਦੀ ਐਪਲੀਕੇਸ਼ਨਸ ਹੋ ਗਈਆਂ। ਤੇ ਉਸ ਤੋਂ ਬਾਅਦ ਅਸੀਂ ਕੇਅਰ ਗਿਵਰ ਦੀ ਗੱਲ ਕਰੀਏ, 13-14 ਹਜ਼ਾਰ ਦਾ ਬੈਕਲੌਗ ਇਸ ਟਾਈਮ ਤੇ ਉਹਨਾਂ ਐਪਲੀਕੇਸ਼ਨ ਦੇ ਵਿੱਚ ਹੈਗਾ। ਸਪਾਊਜ਼ਲ ਦੇ ਵਿੱਚ ਤਕਰੀਬਨ 50,000 ਐਪਲੀਕੇਸ਼ਨਸ ਇਸ ਟਾਈਮ ਬੈਕਲੌਗ ਦੇ ਵਿੱਚ ਫਸੀਆਂ ਹੋਈਆਂ। ਸੋ ਸਾਰੀਆਂ ਕੈਟੇਗਰੀਆਂ ਹੀ ਅਫੈਕਟਡ ਹੈਗੀਆਂ ਬਿਕੋਜ਼ ਪੈਂਡੈਮਿਕ ਕਰਕੇ ਇਹ ਸਾਰੀ ਚੀਜ਼ਾਂ ਨੂੰ ਉੱਪਰ ਥੱਲੇ ਹੋ ਗਈਆਂ। ਬਟ ਇੱਕ ਚੀਜ਼ ਹੋਰ ਹੈਗੀ ਹੈ ਸਿਮਰਤ ਜੀ, ਇੱਥੇ ਜਿਹੜੇ ਗੌਰ ਕਰਨ ਲਾਇਕ ਹੈਗੀ ਹੈ ਕਿ ਗਵਰਨਮੈਂਟ ਦਾ 2021 ਦਾ ਟਾਰਗੇਟ ਸੀਗਾ 4,01,000 ਐਪਲੀਕੇਸ਼ਨ ਦਾ ਇਮੀਗ੍ਰੈਂਟਸ ਦਾ। ਹਾਂਜੀ। ਐਂਡ ਗਵਰਨਮੈਂਟ ਇਜ਼ ਵੈਰੀ ਕਲੋਜ਼ ਟੂ ਅਚੀਵਿੰਗ ਦੈਟ ਟਾਰਗੇਟ ਫॉर ਦਾ ਈਅਰ 2021। ਸੋ ਇਹਦਾ ਇਹ ਮਤਲਬ ਆਇਆ ਕਿ ਜਿਹੜੀਆਂ ਬਾਹਰ ਦੀਆਂ ਐਪਲੀਕੇਸ਼ਨਸ ਹੈਗੀਆਂ ਉਹਨਾਂ ਦੇ ਉੱਤੇ ਬੇਸਿਕਲੀ ਕੋਈ ਧਿਆਨ ਨਹੀਂ ਦਿੱਤਾ ਗਿਆ ਬਿਕੋਜ਼ ਆਫ ਰਿਸਟ੍ਰਿਕਸ਼ਨਸ ਕਰਕੇ ਉਹਨਾਂ ਤੇ ਧਿਆਨ ਨਹੀਂ ਦਿੱਤਾ ਗਿਆ। ਤੇ ਉਹਨਾਂ ਕਰਕੇ ਹੀ ਜਿਹੜੇ ਲੋਕਲ ਐਪਲੀਕੈਂਟਸ ਸੀਗੇ, ਭਾਵੇਂ ਅਸੀਂ ਟੀਆਰ ਟੂ ਪੀਆਰ ਦੀ ਐਪਲੀਕੇਸ਼ਨਸ ਦੇਖ ਲਈਏ, 75 ਦੇ ਡਰਾਅ ਤੇ ਕਿਸੇ ਨੇ ਸੋਚਿਆ ਸੀ ਐਕਸਪ੍ਰੈਸ ਐਂਟਰੀ ਦਾ ਕੇਸ ਤੁਹਾਡਾ ਪਿਕ ਹੋ ਜਾਏਗਾ। ਸੋ 75 ਦੇ ਡਰਾਅ ਤੇ ਕੇਸ ਵੀ ਪਿਕ ਹੋਏ। ਉਸ ਤੋਂ ਬਾਅਦ ਸੀਸੀ ਐਪਲੀਕੈਂਟਸ ਦੇ ਉੱਤੇ ਫੋਕਸ ਰਿਹਾ। ਐਂਡ ਆਈ ਥਿੰਕ ਆਉਣ ਵਾਲੇ ਸਮੇਂ ਦੇ ਵਿੱਚ ਆ ਰਿਸਟ੍ਰਿਕਸ਼ਨਸ ਦੱਸਣਗੀਆਂ ਜੇ ਆ ਨਵਾਂ ਵੇਰੀਐਂਟ ਕਿਸ ਤਰ੍ਹਾਂ ਰਿਐਕਟ ਕਰਦਾ ਹੈ, ਕਿਸ ਤਰ੍ਹਾਂ ਉਹਦੀਆਂ ਨਜ਼ਰ ਆਉਂਦੀਆਂ ਚੀਜ਼ਾਂ, ਰਿਜ਼ਲਟਸ ਨਜ਼ਰ ਆਉਂਦੇ ਨੇ, ਤੇ ਉਹ ਡਿਟਰਮਿਨ ਕਰਨਗੀਆਂ ਕਿ ਬੈਕਲੌਗ ਕਿੰਨੀ ਜਲਦੀ ਖਤਮ ਹੋ ਸਕਦਾ ਹੈਗਾ। ਅੱਛਾ, ਬੈਕਲੌਗ ਦੀ ਆਪਾਂ ਗੱਲ ਕਰ ਰਹੇ ਹਾਂ, ਇਹ ਜਿਹੜਾ ਇਹ ਵੀ ਹੁਣ ਆਮ ਖਬਰਾਂ ਵਿੱਚ ਸੁਣਨ ਨੂੰ ਆ ਰਿਹਾ ਵੀ ਜਿਹੜਾ ਭਾਰਤ ਤੋਂ ਸਟੂਡੈਂਟ ਵੀਜ਼ੇ ਉਹਦੇ ਵਿੱਚ ਕਾਫੀ ਰਿਜੈਕਸ਼ਨ ਦੇ ਵਿੱਚ ਕਾਫੀ ਵਾਧਾ ਹੋ ਗਿਆ। ਕੀ ਇਹ ਵੀ ਬੈਕਲੌਗ ਦਾ ਹੀ ਕਾਰਨ ਹੈ ਵੀ ਹੁਣ ਜਿਹੜੇ ਵੀਜ਼ਾ ਆਫਿਸਰਸ ਨੇ ਉਹ ਉਸ ਨੂੰ ਥੋੜਾ ਡਿਲੇ ਕਰ ਰਹੇ ਨੇ ਵੀ ਹੋਰ ਨਵੇਂ ਸਟੂਡੈਂਟਸ ਨੂੰ ਵੀਜ਼ੇ ਘੱਟ ਦਿੱਤੇ ਜਾਣ? ਸਿਮਰਤ ਜੀ, ਤਕਰੀਬਨ 2.25 ਲੱਖ ਸਟੂਡੈਂਟ ਹਰ ਸਾਲ ਇੰਡੀਆ ਤੋਂ ਕੈਨੇਡਾ ਆਉਂਦਾ ਹੈਗਾ। ਹਾਂਜੀ। ਐਂਡ ਇਸ ਟਾਈਮ ਤੇ ਬਿਕੋਜ਼ ਰਿਸਟ੍ਰਿਕਸ਼ਨਸ ਹੋਣ ਕਰਕੇ ਹਰ ਬੱਚੇ ਦਾ, ਹਰ ਮਾਪਿਓ ਦਾ ਧਿਆਨ ਜਿਹੜਾ ਹੋ ਗਿਆ, ਫੋਕਸ ਹੋ ਗਿਆ ਕੈਨੇਡਾ ਵੱਲ ਹੋ ਗਿਆ। ਬਿਕੋਜ਼ ਕੈਨੇਡਾ ਇਜ਼ ਅ ਡੈਸਟੀਨੇਸ਼ਨ ਆਫ ਚੋਇਸ। ਐਵਰੀਬਡੀ ਵਾਂਟਡ ਕਿ ਮੇਰਾ ਬੱਚਾ ਉੱਥੇ ਜਾ ਕੇ ਕੈਨੇਡਾ, ਨਾਰਥ ਅਮਰੀਕਾ ਦੇ ਵਿੱਚ ਪੜ੍ਹੇ ਤੇ ਪਰਮਾਨੈਂਟ ਰੈਜ਼ੀਡੈਂਸੀ ਲਵੇ। ਸੋ ਉਹਦੇ ਚੱਕਰ ਦੇ ਵਿੱਚ ਹਰ ਇੱਕ ਐਪਲੀਕੈਂਟ ਨੇ, ਨਾਲੇ ਦੂਸਰੀ ਚੀਜ਼ ਸੀਗੀ ਕਿ ਇੱਕ ਹੋਰ ਡਿਸੀਜਨ ਲਿੱਤਾ ਗਿਆ ਸੀ ਗਵਰਨਮੈਂਟ ਵੱਲੋਂ ਕਿ ਜੇ ਤੁਸੀਂ ਵੀਜ਼ਾ ਨਹੀਂ ਵੀ ਗ੍ਰਾਂਟ ਕੀਤਾ ਗਿਆ ਤਾਂ ਵੀ ਤੁਸੀਂ ਆਨਲਾਈਨ ਐਪਲੀਕੇਸ਼ਨ, ਆਨਲਾਈਨ ਪੜ੍ਹਾਈ ਕਰ ਸਕਦੇ ਹੋ। ਸੋ ਉਸ ਚੱਕਰ ਦੇ ਵਿੱਚ ਜਿਹੜੇ ਬੱਚੇ ਨਹੀਂ ਵੀ ਕੁਆਲੀਫਾਈ ਹੁੰਦੇ ਸੀਗੇ, ਜਿਨ੍ਹਾਂ ਨੂੰ ਨਜ਼ਰ ਨਹੀਂ ਵੀ ਆਉਂਦਾ ਸੀਗਾ ਕਿ ਮੇਰੀ ਪੀਆਰ, ਮੇਰੀ ਐਡਮਿਸ਼ਨ ਹੋ ਜਾਏਗੀ ਜਾਂ ਵੀਜ਼ਾ ਲੱਗੇਗਾ, ਉਹ ਵੀ ਪੜ੍ਹਦੇ ਰਹੇ। ਸੋ ਉਸ ਚੱਕਰ ਦੇ ਵਿੱਚ ਬਹੁਤ ਸਾਰੇ ਪ੍ਰਾਈਵੇਟ ਕਾਲਜਿਸ ਦੇ ਵਿੱਚ ਪੜ੍ਹਾਈ ਹੁੰਦੀਆਂ ਰਹੀਆਂ। ਸੋ ਉਹ ਯੂ ਆਰ ਰਾਈਟ ਕਿ ਰਿਫਿਊਜ਼ਲਸ ਕਾਫੀ ਜ਼ਿਆਦਾ ਇਸ ਟਾਈਮ ਤੇ ਆ ਰਹੀਆਂ ਹੈਗੀਆਂ। ਸੋ ਆਹ ਤੰਗ ਕਰਨਗੀਆਂ। ਬਟ ਫਿਰ ਵੀ 2.25 ਲੱਖ ਅੱਜ ਦੀ ਤਰੀਕ ਦੇ ਵਿੱਚ ਵੀ ਕੈਨੇਡਾ, ਇੰਡੀਆ ਇਜ਼ ਵਨ ਆਫ ਦਾ ਲਾਰਜੈਸਟ ਸੋਰਸ ਕੰਟਰੀ ਟੂ ਕੈਨੇਡਾ ਐਜ਼ ਫਾਰ ਐਜ਼ ਸਟੂਡੈਂਟਸ ਇਜ਼ ਕੰਸਰਨ। ਠੀਕ ਹੈ। ਤੇ 2.25 ਲੱਖ ਸਟੂਡੈਂਟ ਦਾ ਆਣਾ ਇੱਕ ਛੋਟੀ ਨੰਬਰ ਨਹੀਂ ਹੈਗਾ। ਬਿਲਕੁਲ ਜੀ। ਅੱਛਾ ਮਨੂ ਜੀ, ਜਿਵੇਂ ਕਿ ਹੁਣ ਚਲੋ ਜਿਹੜੇ ਉੱਥੋਂ ਆ ਰਹੇ ਨੇ ਜਾਂ ਉਹਨਾਂ ਦੇ ਤਾਂ ਵੱਖਰੀ ਗੱਲ, ਜਿਹੜੇ ਸਟੂਡੈਂਟ ਆਲਰੇਡੀ ਇੱਥੇ ਹੁਣ ਆਏ ਹੋਏ ਨੇ, ਉਹਨਾਂ ਲਈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਹਿਸਾਬ ਦੇ ਨਾਲ ਕੀ ਨਵੀਆਂ ਆਪਸ਼ਨਸ ਨੇ? ਸਿਮਰਤ ਜੀ,
2021 was an amazing year as far as international students ਜਾਂ ਫਿਰ ਵਰਕਰਸ ਦੀ ਗੱਲ ਕਰੀਏ ਤਾਂ ਵੱਡੀ ਤਾਦਾਦ ਦੇ ਵਿੱਚ ਜਿੰਨੇ ਵੀ ਇਮੀਗ੍ਰੈਂਟਸ ਹੋ ਰਹੇ ਨੇ ਉਹ ਉਸੇ ਕੈਟੇਗਰੀ ਦੇ ਵਿੱਚੋਂ ਨਿਕਲ ਕੇ ਆ ਰਹੇ ਨੇ। ਸੋ ਹੁਣ ਟੀਆਰ ਟੂ ਪੀਆਰ ਵਰਗੇ ਜੇ ਆ ਰਿਸਟ੍ਰਿਕਸ਼ਨਸ ਖੁੱਲ ਜਾਂਦੀਆਂ ਤੇ ਬਾਹਰ ਵਾਲੇ ਐਪਲੀਕੈਂਟਸ ਨੂੰ ਮੌਕਾ ਮਿਲੇਗਾ ਕਿ ਉਹਨਾਂ ਦੀ ਫਾਈਲਸ ਪ੍ਰੋਸੈਸ ਹੋ ਸਕਣਗੀਆਂ ਜੇ ਐਂਡ ਐਸੇ ਕਰਕੇ ਤੁਸੀਂ ਦੇਖੋ ਕਿ ਜਿਹੜੇ ਈਵਨ ਪਬਲਿਕ ਪਾਲਿਸੀ ਐਕਸਟੈਂਡ ਕੀਤੀ ਗਈ ਸੀ ਕਿ ਵਿਜ਼ਿਟਰਸ ਵਰਕ ਪਰਮਿਟ ਲੈ ਸਕਦੇ ਨੇ ਜੇ ਉਹਨਾਂ ਨੂੰ ਕੋਈ LMIA ਮਿਲ ਜਾਂਦਾ ਹੈਗਾ। ਸੋ ਉਸ ਚੀਜ਼ ਦਾ ਵੀ ਬੜੇ ਲੋਕਾਂ ਨੇ ਫਾਇਦਾ ਲਿੱਤਾ। ਇਸ ਟਾਈਮ ਤੇ ਬੜੀ ਵੱਡੀ ਤਾਦਾਦ ਦੇ ਵਿੱਚ ਇਸ ਟਾਈਮ ਫੋਰਨ ਵਰਕ ਵਿਜ਼ਿਟਰਸ ਕੈਨੇਡਾ ਦੇ ਵਿੱਚ ਹੈਗੇ ਨੇ ਜਿਹੜੇ LMIA ਇੰਪਲੋਇਰਸ ਜੌਬ ਓਪਰਚੁਨਿਟੀਜ਼ ਲੱਭ ਰਹੇ ਨੇ। ਸੋ ਸਟੂਡੈਂਟਸ ਨੂੰ ਇੱਕੋ ਹੀ ਚੀਜ਼ ਕਵਾਂਗਾ ਜੀ ਜੇ ਰਿਸਟ੍ਰਿਕਸ਼ਨਸ ਖੁੱਲ ਜਾਂਦੀਆਂ ਹੈਗੀਆਂ ਨਾਰਮਲ ਫੇਜ਼ ਵੱਲ ਅਸੀਂ ਚੱਲ ਪੈਂਦੇ ਹੈਗੇ ਆ ਤੇ ਯੂ ਵਿਲ ਹੈਵ ਟੂ ਖਾਸ ਕਰ ਜਿਹੜੇ ਗ੍ਰੇਡ 12 ਕਰਕੇ ਆਏ ਹੋਏ ਨੇ ਦੇ ਵਿਲ ਹੈਵ ਟੂ ਥਿੰਕ ਔਨ देयर ਆਪਸ਼ਨਸ ਕਿ ਕਿਹੜੀਆਂ ਆਪਸ਼ਨਸ ਦੇ ਵਿੱਚ ਪੀਆਰ ਹੋਊਗੀ। ਜੇ 469 ਤੇ ਡਰਾਜ਼ ਵਾਪਸ ਚਲੇ ਜਾਂਦੇ ਨੇ ਤੇ ਇਟ ਵਿਲ ਬੀ ਵੈਰੀ ਡਿਫਿਕਲਟ ਫॉर them ਟੂ ਕੁਆਲੀਫਾਈ। ਸੋ ਉਹਨਾਂ ਨੂੰ ਦੁਬਾਰਾ ਵਾਪਸ PNPs ਦੇ ਉੱਤੇ ਸੋਚਣਾ ਪਏਗਾ ਆਊਟ ਆਫ ਦਾ ਬਾਕਸ ਜਿਹੜਾ ਇੱਥੇ ਬੈਠ ਕੇ ਸੀ ਆ ਕੇ ਕਿ ਮੈਂ ਓਨਟਾਰੀਓ ਤੋਂ ਬਾਹਰ ਨਹੀਂ ਜਾਣਾ ਬਰੈਂਪਟਨ ਤੋਂ ਬਾਹਰ ਨਹੀਂ ਜਾਣਾ ਮੈਂ ਟੋਰਾਂਟੋ ਮੈਂ ਵੈਂਕੂਵਰ ਤੋਂ ਸਰੀ ਤੋਂ ਬਾਹਰ ਨਹੀਂ ਜਾਣਾ। ਸੋ ਉਹਨਾਂ ਨੂੰ ਦੇ ਵਿਲ ਹੈਵ ਟੂ ਅਗੇਨ ਰੀਕਨਸੀਡਰ देयर ਆਪਸ਼ਨਸ। ਹੁਣ ਇੱਕ ਚੀਜ਼ ਹੋਰ ਇੱਥੇ ਜ਼ਰੂਰ ਕਹਿਣਾ ਚਾਹਾਂਗਾ ਸਿਮਰਤ ਜੀ ਕਿ ਜਿਹੜੇ ਗ੍ਰੇਡ 12 ਕਰਕੇ ਆਏ ਨੇ ਇਫ ਯੂ ਆਰ ਸੀਰੀਅਸ ਅਬਾਊਟ ਯੂਰ ਕੈਰੀਅਰ ਤੇ ਗੋ ਟੂ ਅਦਰ ਪ੍ਰੋਵਿੰਸਿਸ ਬਿਕੋਜ਼ ਇਨ ਡਿਮਾਂਡ ਕੈਟੇਗਰੀਜ਼ ਇਸ ਟਾਈਮ ਹਰ ਪ੍ਰੋਵਿੰਸ ਦੀ ਚੱਲ ਰਹੀ ਹੈਗੀ ਹੈ ਐਂਡ ਸੈਸਕੈਚੁਅਨ ਨੇ ਵੀ ਰੀਸੈਂਟਲੀ ਆਪਣੀ ਇਨ ਡਿਮਾਂਡ ਕੈਟੇਗਰੀ ਦੇ ਵਿੱਚ ਚੇਂਜਸ ਲੈ ਕੇ ਆਏ ਨੇ ਨੋਵਾ ਸਕੋਸ਼ੀਆ ਚੇਂਜਸ ਲੈ ਕੇ ਆਇਆ ਮੈਨੀਟੋਬਾ ਚੇਂਜਸ ਲੈ ਕੇ ਆਇਆ ਐਂਡ ਆਹ ਚੇਂਜਸ ਤੁਹਾਨੂੰ ਫॉर ਗੁੱਡ ਅਫੈਕਟ ਕਰ ਸਕਦੀਆਂ ਹੈਗੀਆਂ। ਗੋ ਐਂਡ ਵਰਕ ਇਨ ਥੀਸ ਆਕੂਪੇਸ਼ਨ ਜਿੱਥੇ ਇਸ ਟਾਈਮ ਤੇ ਡਰਾਸਟਿਕ ਸ਼ਾਰਟੇਜਸ ਹੈਗੀਆਂ। ਹੁਣ ਸਿਮਰਤ ਜੀ ਸ਼ਾਰਟੇਜਸ ਦੀ ਵੀ ਗੱਲ ਕਰੀਏ ਇਸ ਟਾਈਮ ਤੇ 1 ਮਿਲੀਅਨ ਜੌਬ ਓਪਰਚੁਨਿਟੀਜ਼ ਇਸ ਟਾਈਮ ਕੈਨੇਡਾ ਦੇ ਵਿੱਚ ਹੈਗੀਆਂ। ਹੁਣ ਓਪਰਚੁਨਿਟੀਜ਼ ਕਿੱਥੋਂ ਆ ਗਈਆਂ ਜੀ ਓਪਰਚੁਨਿਟੀਜ਼ ਇਸ ਵਾਸਤੇ ਆ ਗਈਆਂ ਬਿਕੋਜ਼ ਕੋਵਿਡ ਤੋਂ ਬਾਅਦ ਇਕਨੋਮੀ ਰਿਕਵਰ ਕਰ ਰਹੀ ਸੀਗੀ। ਸੋ ਇਕਨੋਮੀ ਦੇ ਰਿਕਵਰ ਕਰਨ ਦੇ ਨਾਲ ਜੌਬ ਓਪਰਚੁਨਿਟੀਜ਼ ਕ੍ਰੀਏਟ ਹੋਈਆਂ ਐਂਡ ਖਾਸ ਕਰ ਸਰਵਿਸ ਸੈਕਟਰ ਦੀਆਂ ਗੱਲ ਕਰੀਏ ਸਰਵਿਸ ਸੈਕਟਰ ਦੇ ਵਿੱਚ ਅਸੀਂ ਫੂਡ ਐਂਡ ਬੇਵਰੇਜਸ ਦੀ ਗੱਲ ਕਰ ਲਈਏ ਰੈਸਟੋਰੈਂਟ ਇੰਡਸਟਰੀ ਦੀ ਗੱਲ ਕਰੀਏ ਅਕੋਮੋਡੇਸ਼ਨ ਸੈਕਟਰ ਦੀ ਗੱਲ ਕਰ ਲਈਏ 2 ਲੱਖ ਵੈਕੈਂਸੀਜ਼ ਦੇ ਇਕੱਲੀ ਇਸ ਸੈਕਟਰ ਦੇ ਵਿੱਚ ਹੈਗੀਆਂ ਇਸ ਟਾਈਮ ਤੇ। ਅਸੀਂ ਜੇ ਗੱਲ ਕਰੀਏ ਹੈਲਥ ਕੇਅਰ ਦੀ ਤੇ 1.25 ਲੱਖ ਤੋਂ 1.5 ਲੱਖ ਦੇ ਵੈਕੈਂਸੀਜ਼ ਇਸ ਟਾਈਮ ਹੈਲਥ ਕੇਅਰ ਦੇ ਵਿੱਚ ਹੈਗੀ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਲੱਖ ਓਪਨਿੰਗਸ ਹੈਗੀਆਂ ਇਸੇ ਤਰ੍ਹਾਂ ਲੌਜਿਸਟਿਕਸ ਦੇ ਵਿੱਚ 100,000 ਓਪਨਿੰਗਸ ਹੈਗੀਆਂ। ਸੋ ਹਰ ਸੈਕਟਰ ਦੀਆਂ ਓਪਨਿੰਗਸ ਮਿਲਾ ਕੇ ਫਾਰਮ ਲੇਬਰ ਦੇ ਵਿੱਚ ਬੜੀ ਸ਼ਾਰਟੇਜਸ ਹੈਗੀਆਂ ਤਾਂ ਸਾਰੇ ਸੈਕਟਰ ਦੀਆਂ ਜੇ ਅਸੀਂ ਕੰਬਾਈਨ ਕਰਦੇ ਹਾਂ ਤੇ 1 ਮਿਲੀਅਨ ਦੇ ਆਸ-ਪਾਸ ਇਸ ਟਾਈਮ ਜੌਬ ਓਪਰਚੁਨਿਟੀਜ਼ ਕੈਨੇਡਾ ਦੇ ਵਿੱਚ ਮੌਜੂਦ ਹੈਗੀਆਂ। ਬਟ ਇੱਕ ਚੀਜ਼ ਹੋਰ ਹੈਗੀ ਹੈ ਇਹਨੂੰ ਮਿਸਮੈਚ ਹੋਇਆ ਜਿਹੜਾ ਮਾਸਟਰਸ ਵਾਲਾ ਆ ਕੇ ਫਾਰਮ ਦੇ ਵਿੱਚ ਜਦੋਂ ਕੰਮ ਕਰੇਗਾ ਤੇ ਉਹ ਕਿੰਨੀ ਚਿਰ ਕੰਮ ਕਰੇਗਾ ਉਹ ਟੈਂਪਰੇਰੀ ਆਪਣੀ PR ਤੱਕ ਹੀ ਕੰਮ ਕਰੇਗਾ। ਸੋ ਇੰਪਲੋਇਰ ਨੂੰ ਵੀ ਟੈਂਪਰੇਰੀ ਗੇਨ ਹੋ ਰਿਹਾ ਹੈ ਉਸ ਇੰਪਲੋਇਮੈਂਟ ਦੇ ਨਾਲ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਗਵਰਨਮੈਂਟ ਨੂੰ ਲੁੱਕ ਇਨਟੂ ਕਰਨਾ ਪੈਣਗੀਆਂ ਐਂਡ ਈਵਨ ਜਿਹੜੇ ਪ੍ਰੋਸੈਸਿੰਗ ਟਾਈਮਸ ਹੈਗੇ ਉਹਦੇ ਉੱਤੇ ਗਵਰਨਮੈਂਟ ਨੂੰ ਕੰਸੀਡਰ ਕਰਨਾ ਪਏਗਾ ਕਿ ਕਿਸ ਤਰ੍ਹਾਂ ਅਸੀਂ ਪ੍ਰੋਸੈਸਿੰਗ ਟਾਈਮਸ ਘਟਾ ਸਕਦੇ ਹਾਂ ਬਿਕੋਜ਼ LMIA ਦੀ ਵੀ ਇੱਕ ਸਰਟਨ ਪ੍ਰੋਸੈਸਿੰਗ ਟਾਈਮ ਹੈਗਾ ਉਸ ਤੋਂ ਬਾਅਦ ਵਰਕ ਪਰਮਿਟ ਦੀ ਐਪਲੀਕੇਸ਼ਨ ਜੇ ਬਾਹਰੋਂ ਲੱਗੀ ਉਹਦਾ ਵੀ ਪ੍ਰੋਸੈਸਿੰਗ ਟਾਈਮ ਹੈਗਾ। ਸੋ ਗਵਰਨਮੈਂਟ ਵਿਲ ਹੈਵ ਟੂ ਕਰਟੇਲ ਥੀਸ ਪ੍ਰੋਸੈਸਿੰਗ ਟਾਈਮਸ ਤਾਂ ਕਿ ਇੰਪਲੋਇਰਸ ਸਾਡੇ ਸਫਰ ਨਾ ਹੋਣ ਸਾਡੇ ਬਿਜ਼ਨਸਿਸ ਸਫਰ ਨਾ ਹੋਣ ਬਿਕੋਜ਼ ਇੰਪਲੋਇਰ ਕਿੰਨਾ ਆਪ ਆ ਕੇ ਡਿਊਟੀ ਦੇ ਲੇਗਾ ਜੇ ਉਹਦੇ ਕੋਲ 4 ਟਿਮ ਹਾਰਟਨਸ ਹੈਗੇ ਨੇ ਟਿਮ ਹਾਰਟਨਸ ਦੇ ਵਿੱਚ ਤਾਂ ਹੀ ਨੀਡਸ ਮਲਟੀਪਲ ਸਟਾਫ ਤਾਂ ਆਪ ਆਪਣੀ ਫੈਮਿਲੀ ਦੇ ਨਾਲ ਕਿੰਨੀਆਂ ਸ਼ਿਫਟਸ ਕਵਰ ਕਰ ਲੇਗਾ। ਸੋ ਅਲਟੀਮੇਟਲੀ ਉਹ ਵੀ ਬਰਨ ਆਊਟ ਹੋਏਗਾ ਉਹ ਕਹੇਗਾ ਮੈਂ ਬਿਜ਼ਨਸਮੈਨ ਹੈਗਾ ਕਿ ਮੈਂ ਫਰੰਟ ਡੈਸਕ ਤਾਂ ਉਹਦੀਆਂ ਵੀ ਲਿਮਿਟੇਸ਼ਨਸ ਹੈਗੀਆਂ। ਸੋ ਇਹ ਸਾਰੀਆਂ ਚੀਜ਼ਾਂ ਨੂੰ ਕੰਸੀਡਰ ਕਰਦਿਆਂ ਹੋਇਆਂ ਇੰਪਲੋਇਰਸ ਗਵਰਨਮੈਂਟ ਵਿਲ ਹੈਵ ਟੂ ਵਰਕ ਵਿਦ ਇੰਪਲੋਇਰਸ ਵੈਰੀ ਕਲੋਜ਼ਲੀ ਐਂਡ ਇਸ ਟਾਈਮ ਤੇ ਕਾਫੀ ਸਾਰੀਆਂ ਓਪਨਿੰਗਸ ICC ਇਮੀਗ੍ਰੇਸ਼ਨ ਦੇ ਵੀ ਕੋਲ ਵੀ ਮੌਜੂਦ ਹੈਗੀਆਂ। ਜੇ ਤੁਹਾਡੇ ਕੋਲ ਹੌਸਪਿਟੈਲਿਟੀ ਸੈਕਟਰ ਦਾ ਐਕਸਪੀਰੀਅੰਸ ਹੈਗਾ ਕੁੱਕ ਹੈਗੇ ਹੋ ਸ਼ੈਫ ਹੈਗੇ ਹੋ ਬੇਕਰਸ ਹੈਗੇ ਹੋ ਲਾਈਨ ਕੁੱਕ ਹੈਗੇ ਹੋ ਪ੍ਰੈਪ ਕੁੱਕ ਹੈਗੇ ਹੋ ਰੂਮ ਕਲੀਨਰ ਦਾ ਐਕਸਪੀਰੀਅੰਸ ਹੈਗਾ ਫਰੰਟ ਡੈਸਕ ਕਲਰਕ ਦਾ ਐਕਸਪੀਰੀਅੰਸ ਹੈਗਾ ਜਾਂ ਫਿਰ ਸੁਪਰਵਾਈਜ਼ਰ ਦਾ ਐਕਸਪੀਰੀਅੰਸ ਹੈਗਾ ਈਵਨ ਰੈਸਟੋਰੈਂਟ ਸੁਪਰਵਾਈਜ਼ਰ ਦਾ ਐਕਸਪੀਰੀਅੰਸ ਹੈ ਰੈਸਟੋਰੈਂਟ ਮੈਨੇਜਿੰਗ ਦਾ ਐਕਸਪੀਰੀਅੰਸ ਹੈਗਾ ਘੱਟੋ ਘੱਟ ਗ੍ਰੇਡ 12 ਤੁਹਾਡੇ ਕੋਲ ਹੈਗਾ ਆ 5 ਬੈਂਡਸ ਆਈਲੈਟਸ ਦੇ ਵਿੱਚ ਲੈ ਸਕਦੇ ਹੋ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਇਹਨਾਂ ਸੈਕਟਰਸ ਦੇ ਵਿੱਚ ਇਹਨਾਂ ਫੀਲਡ ਦੇ ਵਿੱਚ ਹੈਗਾ ਤੇ ਆਪਣਾ CV ਸਾਨੂੰ ICC ਇਮੀਗ੍ਰੇਸ਼ਨ ਨੂੰ ਫਾਰਵਰਡ ਕਰ ਦਿਓ info@iccimmigration.ca ਐਂਡ ਤੁਹਾਡੀ ਇੰਟਰਵਿਊ ਕਰਵਾਵਾਂਗੇ ਤੁਹਾਡਾ ਵਰਕ ਪਰਮਿਟ ਪ੍ਰੋਸੈਸ ਇੰਪਲੋਇਰ ਕਰੇਗਾ ਜੇ ਤੁਹਾਡੀ ਇੰਟਰਵਿਊ ਥਰੂ ਹੁੰਦੀ ਹੈ ਉਸ ਤੋਂ ਬਾਅਦ ਤੁਸੀਂ ਆ ਕੇ ਕੰਮ ਕਰਨ ਦੇ ਨਾਲ ਹੀ PR ਵਾਸਤੇ ਕੁਆਲੀਫਾਈ ਕਰ ਸਕਦੇ ਹੋ ਐਂਡ ਇਹ NOC ਦੀਆਂ ਵੀ ਜਿਹੜੀ ਜੌਬਸ ਹੈਗੀਆਂ ਉਹ ਵੀ ਇੰਪਲੋਇਰ ਡੈਜ਼ਿਗਨੇਟਿਡ ਹੈਗਾ ਨਾ ਸੋ ਉੱਥੇ ਵੀ ਤੁਸੀਂ ਈਵਨ ਬੇਸਿਕ ਜੌਬ ਦੇ ਉੱਤੇ ਵੀ PR ਵਾਸਤੇ ਐਲੀਜੀਬਲ ਹੈਗੇ ਹੋ ਵਿਦ ਗ੍ਰੇਡ 12 ਅੰਡਰ PNP ਪ੍ਰੋਗਰਾਮ
ਪ੍ਰੋਗਰਾਮਸ। ਹੁਣ ਇਸੇ ਤਰ੍ਹਾਂ ਹੈਲਥ ਕੇਅਰ ਦੀਆਂ ਓਪਨਿੰਗ ਸਾਡੇ ਕੋਲ ਮੌਜੂਦ ਹੈਗੀਆਂ, ਉਹਦੇ ਵਿੱਚ ਤੁਹਾਡੇ ਕੋਲ BSc ਨਰਸਿੰਗ ਹੋਣੀ ਚਾਹੀਦੀ ਹੈ, ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਐਂਡ 6 ਬੈਂਡਸ ਮਿਨੀਮਮ ਆਈਲੈਟ ਦੇ ਚਾਹੀਦੇ ਨੇ। ਐਂਡ ਅਗੇਨ ਦਿਸ ਇਜ਼ ਅ PNP ਪ੍ਰੋਗਰਾਮ, ਜਿਹਦੇ ਵਿੱਚ ਤੁਸੀਂ ਪਹਿਲੇ ਵਰਕ ਪਰਮਿਟ ਤੇ ਆਓਗੇ ਐਂਡ ਤੁਸੀਂ PR ਵਾਸਤੇ ਕੁਆਲੀਫਾਈ ਹੋ ਜਾਓਗੇ ਆਫਟਰ ਵਰਕਿੰਗ ਫॉर ਸਮ ਟਾਈਮ ਫॉर ਥੀਸ EMPLOYERS। ਸੋ ਜਿੰਨੇ ਵੀ ਦੋਸਤ ਸੁਣ ਰਹੇ ਨੇ info@ICC ਇਮੀਗ੍ਰੇਸ਼ਨ ਦੇ ਸਾਨੂੰ ਆਪਣੀ ਡਿਟੇਲਸ ਫਾਰਵਰਡ ਕਰ ਦੇਣ। ਸਾਡਾ ਫੋਨ ਨੰਬਰ ਹੈਗਾ ਜੀ 9054612424 ਐਂਡ WhatsApp ਨੰਬਰ ਹੈਗਾ 6478509000। ਅੱਛਾ ਮਨੂ ਜੀ, ਜਾਣ ਤੋਂ ਪਹਿਲਾਂ ਥੋੜਾ ਜਿਹਾ, ਕਿਉਂਕਿ ਆਪਾਂ ਵਿਜ਼ਟਰ ਦੀ ਗੱਲ ਪਿੱਛੇ ਛੇੜੀ ਸੀ, ਉਹਨਾਂ ਬਾਰੇ ਵੀ ਤੁਹਾਨੂੰ ਦੱਸੋ, ਕਿਉਂਕਿ ਜਿਹੜੇ ਹੁਣ ਵਿਜ਼ਟਰ ਇੱਥੇ ਆਲਰੇਡੀ ਆ ਚੁੱਕੇ ਨੇ, ਜਿਹੜੇ ਚਾਹੁੰਦੇ ਨੇ ਵੀ ਸਾਨੂੰ ਵੀ ਵਰਕ ਪਰਮਿਟ ਲਈਏ, ਉਹਨਾਂ ਲਈ ਵੀ ਦੱਸੋ ਕੁਝ ਵੀ ਕੀ ਆਪਸ਼ਨਸ ਨੇ। ਪਹਿਲੀ ਗੱਲ ਤਾਂ ਜਿਹੜੀ ਸੈਪਟੈਂਬਰ 7 ਤੋਂ ਬਾਅਦ ਜਿਹੜੀਆਂ ਹਾਂਜੀ। ਨਵੀਆਂ ਐਪਲੀਕੇਸ਼ਨਸ ਲੱਗ ਰਹੀਆਂ ਹੈਗੀਆਂ ਵਿਜ਼ਟਰ ਦੀਆਂ, ਉਹ ਨਾਲ ਦੀ ਨਾਲ ਪ੍ਰੋਸੈਸ ਹੋ ਰਹੀਆਂ। ਕੁਝ ਅੱਛਾ ਜੀ। ਐਪਲੀਕੇਸ਼ਨ 4 ਦਿਨਾਂ ਦੇ ਵਿੱਚ ਪ੍ਰੋਸੈਸ ਹੋ ਰਹੀਆਂ, ਕੁਝ 2 ਦੇ ਵਿੱਚ ਵੀ ਹੋਈਆਂ, ਕੁਝ 3-3 ਹਫ਼ਤਿਆਂ ਦੇ ਵਿੱਚ ਵੀ ਹੋ ਰਹੀਆਂ। ਠੀਕ ਹੈ। ਸੋ ਹੁਣ ਜਿਹੜਾ ਵਿਜ਼ਟਰ ਇਸ ਟਾਈਮ ਕੈਨੇਡਾ ਆ ਗਏ, ਸੋ ਪਬਲਿਕ ਪਾਲਿਸੀ ਚੱਲ ਰਹੀ ਹੈ ਇਸ ਟਾਈਮ ਤੇ ਕਿ ਜਿਹੜਾ ਵੀ ਵਿਜ਼ਟਰ ਇਸ ਟਾਈਮ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗਾ, ਉਹ ਵਰਕ ਪਰਮਿਟ ਵਾਸਤੇ ਐਲੀਜੀਬਲ ਹੋ ਸਕਦਾ, ਪ੍ਰੋਵਾਈਡਡ ਉਹਨੂੰ LMIA ਕਿਸੇ ਕੈਨੇਡੀਅਨ ਬਿਜ਼ਨਸ ਤੋਂ ਮਿਲ ਜਾਂਦਾ ਹੈਗਾ। ਸੋ ਇਹ ਪਬਲਿਕ ਪਾਲਿਸੀ ਐਕਸਟੈਂਡ ਕਰ ਦਿੱਤੀ ਗਈ ਹੈ ਟਿਲ 28th of February 2022। ਸੋ ਜਿੰਨੇ ਵੀ ਦੋਸਤ ਸਾਡੇ ਵਿਦਿਨ ਕੈਨੇਡਾ ਪ੍ਰੈਜ਼ੈਂਟ ਹੈਗੇ ਨੇ, ਜਿੰਨੇ ਵੀ ਬਿਜ਼ਨਸਮੈਨ ਕੈਨੇਡਾ ਦੇ ਵਿੱਚ ਪ੍ਰੈਜ਼ੈਂਟ ਹੈਗੇ ਨੇ, ਜੇ ਉਹਨਾਂ ਕੋਲ ਕੋਈ ਇਹੋ ਜਿਹਾ EMPLOYE ਮਿਲਦਾ ਹੈਗਾ ਐਂਡ LMIA ਪ੍ਰੋਸੈਸਿੰਗ ਦੇ ਵਿੱਚ ਹੈਲਪ ਚਾਹੁੰਦੇ ਨੇ, ICC ਦੇ ਉੱਤੇ ਅਸੀਂ ਵੀ ਕੈਨ ਪ੍ਰੋਫੈਸ਼ਨਲੀ ਹੈਲਪ them ਇਨ ਪ੍ਰੋਸੈਸਿੰਗ ਸੱਚ ਐਪਲੀਕੇਸ਼ਨਸ। ਐਂਡ ਜਿੰਨੇ ਸਾਡੇ ਦੋਸਤ ਵਿਜ਼ਿਟ ਵੀਜ਼ਾ ਤੇ ਹੈਗੇ ਨੇ, ਜੇ ਹੈਲਥ ਕੇਅਰ ਐਂਡ ਹਸਪਿਟੈਲਿਟੀ ਸੈਕਟਰ ਦਾ ਐਕਸਪੀਰੀਅੰਸ ਹੈਗਾ, ਤੇ ਆਪਣੀ CVs ਆਪਣੀ ਡਿਟੇਲਸ ਸਾਨੂੰ ਫਾਰਵਰਡ ਕਰ ਦਿਓ, ਅਸੀਂ ਤੁਹਾਡੀ ਇੰਟਰਵਿਊ ਵੀ ਅਰੇਂਜ ਕਰਵਾ ਸਕਦੇ ਹਾਂ ਵਿਦ ਡਿਫਰੈਂਟ EMPLOYERS। ਅੱਛਾ ਮਨੂ ਜੀ, ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਆਫਿਸ ਦਾ ਨੰਬਰ, ਆਪਣਾ WhatsApp ਨੰਬਰ ਤਾਂ ਈਮੇਲ ਜ਼ਰੂਰ ਸਾਂਝੀ ਕਰ ਦਿਓ ਜੀ। ਥੈਂਕ ਯੂ ਸੋ ਮਚ ਸਿਮਰ ਜੀ। ਸਾਡਾ ਈਮੇਲ ID ਹੈਗਾ ਜੀ info@ICCimmigration.ca, info@ICCimmigration.ca। ਫੋਨ ਨੰਬਰ ਸਾਡਾ ਆਫਿਸ ਨੂੰ ਰੀਚ ਕਰਨ ਦਾ ਹੈਗਾ ਜੀ 9054612424, 9054612424। ਐਂਡ ਜੇ WhatsApp ਨੰਬਰ ਯੂਜ਼ ਕਰਨਾ ਚਾਹੁੰਦੇ ਹੋ ਤੇ 6478509000, 6478509000। ਮਨੂ ਜੀ, ਅੱਜ ਦੇ ਸਟੂਡੀਓ ਵਿੱਚ ਆਉਣ ਲਈ ਤੇ ਇੰਨੀ ਜਿਹੜੀ ਜਾਣਕਾਰੀ ਇਮੀਗ੍ਰੇਸ਼ਨ ਦੇ ਨਵੀਂ ਅਪਡੇਟਸ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਵੈਰੀ ਮਚ ਸਿਮਰ ਜੀ। ਇਹ ਸੀ ਅੱਜ ਦਾ ਇਮੀਗ੍ਰੇਸ਼ਨ ਗੁਰੂ। ਅਗਲੇ ਹਫਤੇ ਫਿਰ ਤੁਹਾਡੇ ਲਈ ਨਵੀਆਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।